ਲਓ ਜੀ, ਇਲੈਕਸ਼ਨ ਹੋ ਗਿਆ, ਪਰਚੀਆਂ ਗਿਣੀਆਂ ਗਈਆਂ ਨੇ ਤੇ ਇਸ ਤੋਂ ਸਿੱਧਾ ਨਤੀਜਾ ਘੱਟ ਹੀ ਕਦੀ ਆਇਆ। ਇਮਰਾਨ ਖਾਨ ਜੇਲ੍ਹ 'ਚ ਬੈਠੇ ਬੈਠੇ ਇਲੈਕਸ਼ਨ ਜਿੱਤ ਗਿਆ। ਜਿਹੜੇ ਖੁੱਲੀਆਂ ਡੁੱਲੀਆਂ ਕੰਪੇਨਾਂ ਕਰਦੇ ਸਨ, ਜਲਸੇ ਕਰਦੇ ਸਨ, ਉਹ ਹਾਰ ਕੇ ਵੀ ਕਹਿੰਦੇ ਪਏ ਨੇ ਕਿ ਮੁਲਕ ਨੂੰ ਤੇ ਬਸ ਅਸੀਂ ਸਾਂਭ ਸਕਨੇ। ਨਵਾਜ਼ ਸ਼ਰੀਫ ਸਾਹਿਬ ਆਪਣੇ ਜਲਸਿਆਂ ਵਿੱਚ ਹਵਾਈ ਚੁੰਮੀਆਂ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਫਲਾਈਂਗ ਕਿਸ ਕਹਿੰਦੇ ਸਨ, ਆਵਾਮ ਵੱਲ ਸੁੱਟਦੇ ਸਨ ਤੇ ਕਹਿੰਦੇ ਸਨ ਆਈ ਲਵ ਯੂ। ਫਿਰ ਲੋਕਾਂ ਕੋਲੋਂ ਇਹ ਵੀ ਪੁੱਛਦੇ ਸਨ ਡੂ ਯੂ ਲਵ ਮੀ। 3 ਵਾਰੀ ਵਜ਼ੀਰ ਆਜ਼ਮ ਰਹਿਣ ਵਾਲਾ ਬੰਦਾ ਇਸ ਤਰ੍ਹਾਂ ਦੀ ਗੱਲ ਕਰੇ ਤੇ ਲੋਕ ਅੱਗੋਂ ਆਈ ਲਵ ਯੂ ਟੂ ਆਖ ਹੀ ਛੱਡਦੇ ਨੇ। ਲੇਕਿਨ ਇਲੈਕਸ਼ਨ ਹੋਇਆ ਤੇ ਪਤਾ ਲੱਗਾ ਬਈ ਚੁੰਮੀਆਂ ਕਿਸੇ ਨੂੰ ਤੇ ਵੋਟ ਕਿਸੇ ਨੂੰ, ਸਾਈਆਂ ਕਿਸੇ ਨਾਲ ਤੇ ਵਧਾਈਆਂ ਕਿਸੇ ਨਾਲ। ਨਵਾਜ਼ ਸ਼ਰੀਫ ਨੇ ਹਾਰ ਕੇ ਵੀ ਜਿੱਤਣ ਵਾਲੀ ਤਕਰੀਰ ਕੀਤੀ ਤੇ ਕਿਹਾ ਬਈ ਮੈਂ ਜਿੱਤਿਆ ਤੇ ਨਹੀਂ, ਲੇਕਿਨ ਮਿਹਰਬਾਨੀ ਕਰੋ ਤੇ ਇੱਕ ਮੌਕਾ ਹੋਰ ਦਿਓ। ਬਿਲਾਵਲ ਭੁੱਟੋ ਸਾਹਿਬ ਜਮਾਂਦਰੂ ਵਜ਼ੀਰ ਆਜ਼ਮ ਨੇ, ਲੇਕਿਨ ਤੀਸਰੇ ਨੰਬਰ ਤੇ ਆਏ ਨੇ, ਜਵਾਨ ਵੀ ਨੇ ਤੇ ਇਹ ਵੀ ਸੋਚ ਰਹੇ ਹੋਣਗੇ ਵੀ ਇਸ ਵਾਰੀ ਨਹੀਂ ਤੇ ਅਗਲੀ ਵਾਰੀ ਮੇਰੀ ਹੈ। ਲੋਕਾਂ ਨੇ ਨਵਾਜ਼ ਸ਼ਰੀਫ ਨੂੰ ਜਾਂ ਬਿਲਾਵਲ ਨੂੰ ਨਹੀਂ ਹਰਾਇਆ, ਬਲਕਿ ਕਾਫੀ ਵੋਟ ਵੀ ਪਾਏ ਨੇ। ਉਹਨਾਂ ਨੇ ਹਰਾਇਆ ਉਹਨਾਂ ਨੂੰ ਹੈ ਜਿਨ੍ਹਾਂ ਦਾ ਖਿਆਲ ਸੀ ਵੀ ਉਹ ਜਿਹਨੂੰ ਚਾਹਣ ਜਿਤਵਾ ਦੇਣ। ਪਹਿਲੇ ਉਹ ਆਂਦੇ ਸਨ ਵੀ ਨਵਾਜ਼ ਸ਼ਰੀਫ ਚੋਰ ਹੈ, ਮੋਦੀ ਦਾ ਯਾਰ ਹੈ। ਫਿਰ ਇਲੈਕਸ਼ਨ ਤੋਂ ਪਹਿਲੇ ਉਹਨੂੰ ਨਵਾ ਧਵਾ ਕੇ ਅੱਗੇ ਕਰ ਛੱਡਿਆ ਤੇ ਲੋਕਾਂ ਨੂੰ ਕਿਹਾ ਵੀ ਇਹ ਲਓ ਤੁਹਾਡਾ ਅਗਲਾ ਵਜ਼ੀਰ ਆਜ਼ਮ। ਹੁਣ ਪਾਕਿਸਤਾਨੀਆਂ ਨੂੰ 5-7 ਸਾਲ ਬਾਅਦ ਹੀ ਵੋਟ ਪਾਉਣ ਦਾ ਮੌਕਾ ਮਿਲਦਾ ਹੈ ਤੇ ਇਲੈਕਸ਼ਨ ਵਿੱਚ ਧਰੋ ਵੀ ਹੁੰਦਾ ਹੈ, ਧਾਂਦਲੀ ਵੀ ਹੁੰਦੀ ਹੈ, ਵੋਟ ਵਿਕਦੇ ਵੀ ਨੇ, ਲੇਕਿਨ ਲੋਕ ਆਪਣੀ ਕਾਰਡ ਕੱਢ ਹੀ ਲੈਂਦੇ ਨੇ। ਇਸ ਇਲੈਕਸ਼ਨ ਵਿੱਚ ਉਹਨਾਂ ਨੇ ਇਮਰਾਨ ਖਾਨ ਨੂੰ ਵੋਟ ਪਾ ਕੇ ਕਾਫੀ ਸਾਰੀ ਚੱਸ ਵੀ ਲਈ ਹੈ। ਸਾਡੇ ਵਰਦੀ ਵਾਲੇ ਸਿਆਣੇ ਦਾ ਖਿਆਲ ਸੀ ਵੀ ਇਮਰਾਨ ਖਾਨ ਤੋਂ ਬਗੈਰ ਉਹਦੀ ਪਾਰਟੀ ਕੋਈ ਸ਼ੈ ਨਹੀਂ, ਇਹਦੇ ਅਗਵਾਨਾਂ ਨੂੰ ਯਰਕਾ ਦਿਓ ਤੇ ਕਾਫੀ ਯਰਕ ਕੇ ਘਰ ਬਹਿ ਵੀ ਗਏ। ਫਿਰ ਖਾਨ ਨੂੰ ਜੇਲ੍ਹ ਵਿੱਚ ਬੰਦ ਕਰੋ, ਇਲੈਕਸ਼ਨ ਤੋਂ 1 ਹਫ਼ਤੇ ਪਹਿਲੇ ਕੈਦ ਤੋਂ ਕੈਦ ਦੀ ਸਜ਼ਾ ਸੁਣਾਈ ਜਾਓ, ਪਹਿਲੇ ਮੁਲਕ ਦੁਸ਼ਮਣੀ ਵਿੱਚ, ਫਿਰ ਚੋਰੀ ਵਿੱਚ ਤੇ ਆਖਰ ਤੇ ਇਹ ਵੀ ਤੂੰ ਤੇ ਵਿਆਹ ਵਿੱਚ ਬੜੀ ਕਾਹਲੀ ਕੀਤੀ ਹੈ, ਲੈ ਇੱਕ ਕੈਦ ਦੀ ਸਜ਼ਾ ਹੋਰ। ਉਹਨਾਂ ਦਾ ਖਿਆਲ ਸੀ ਵੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਖਾਨ ਹੁਣ ਪੱਕਾ ਜੇਲ੍ਹ ਵਿੱਚ ਹੈ ਤੇ ਇਹਨੇ ਵਜ਼ੀਰ ਆਜ਼ਮ ਨਹੀਂ ਬਣਨਾ ਤੇ ਲੋਕਾਂ ਨੇ ਘਰੋਂ ਹੀ ਨਹੀਂ ਨਿਕਲਣਾ। ਉੱਤੋਂ ਉਹਨਾਂ ਦਾ ਇੱਕ ਹੋਰ ਵੀ ਖਿਆਲ ਸੀ ਕਿ ਪਾਕਿਸਤਾਨੀ ਉਜੱਡ ਕੌਮ ਹੈ ਤੇ ਖਾਨ ਦਾ ਬੱਲਾ ਖੋਲੋ ਤੇ ਵੋਟ ਵਾਲੀ ਪਰਚੀ ਤੇ ਉਹਨਾਂ ਨੂੰ ਖਾਨ ਦਾ ਉਮੀਦਵਾਰ ਹੀ ਨਹੀਂ ਲੱਭਣਾ। ਖਾਨ ਦੇ ਉਮੀਦਵਾਰਾਂ ਨੂੰ ਇਲੈਕਸ਼ਨ ਸਿੰਬਲ ਇੰਜ ਵੰਡੇ ਗਏ ਜਿਵੇਂ ਕਿਸੇ ਗਰੀਬ ਦੇ ਘਰ ਦਾ ਸਮਾਨ ਹੁੰਦਾ, ਕਿਸੇ ਨੂੰ ਮੰਜੀ, ਕਿਸੇ ਨੂੰ ਪੀੜੀ, ਪਿਆਲਾ, ਪਲੇਟ, ਖੋਤਾ ਗੱਡੀ, ਕਿਤੇ ਮਾਲਟਾ ਤੇ ਕਿਤੇ ਗਾਜਰ। ਤੇ ਪਤਾ ਇਹ ਲੱਗਾ ਵੀ ਕੌਮ ਏਡੀ ਵੀ ਗਵਾਰ ਨਹੀਂ ਜਿੱਡਾ ਤੁਸੀਂ ਸਾਨੂੰ ਸਮਝਦੇ ਹੋ। ਉਹਨੇ ਖਾਨ ਦਾ ਬੰਦਾ ਲੱਭ ਕੇ, ਪਰਚੀ ਤੇ ਲੱਭ ਕੇ ਇੰਨੀਆਂ ਮੋਹਰਾਂ ਲਾਈਆਂ ਵੀ ਝਰਲੂ ਚਲਾਉਣ ਵਾਲਿਆਂ ਨੂੰ ਵੀ ਭਾਤੜ ਪੈ ਗਿਆ ਵੀ ਇਹਨਾਂ ਵੋਟਾਂ ਨੂੰ ਕਿੱਥੇ ਗਾਇਬ ਕਰੀਏ। ਖਾਨ ਆਪ ਤੇ ਜੇਲ੍ਹ ਵਿੱਚ ਗਾਇਬ ਕਰਤਾ ਸੀ, ਲੇਕਿਨ ਉਹਨੇ ਜੇਲ੍ਹ ਬੈਠੇ ਬੈਠੇ ਸਾਰਿਆਂ ਨੂੰ ਵਕਤ ਪਾ ਛੱਡਿਆ। ਪਾਕਿਸਤਾਨ ਦੇ ਹਰ ਸਿਆਸਤਦਾਨ ਨੂੰ ਕਦੀ ਨਾ ਕਦੀ ਜੇਲ੍ਹ ਕੱਟਣੀ ਪੈਂਦੀ ਹੈ। ਖਾਨ ਦੇ ਵੈਰੀਆਂ ਨੂੰ ਸਭ ਤੋਂ ਵੱਡੀ ਆਸ ਇਹ ਸੀ ਬਈ ਇਮਰਾਨ ਖਾਨ ਹਮੇਸ਼ਾ ਇੱਕ ਮਲੂਕ ਜਿਹਾ ਮੁੰਡਾ ਰਿਹਾ ਹੈ, ਇਹਨੇ ਕਦੀ ਸਖਤੀ ਝੱਲੀ ਨਹੀਂ। ਜਵਾਨੀ ਵਿੱਚ ਵਲਾਇਤ ਰਿਹਾ ਹੈ, ਉੱਥੇ ਵੀ ਸ਼ਹਿਜ਼ਾਦਿਆਂ ਤਰ੍ਹਾਂ, ਬਲਕਿ ਇੰਜ ਲੱਗਦਾ ਸੀ ਵੀ ਮਲਕਾ ਬਰਤਾਨੀਆ ਨੇ ਕੁਛੜ ਲਿਆ ਹੋਵੇ। ਪਾਕਿਸਤਾਨ ਵਿੱਚ ਵੀ ਇੱਕ ਵੱਡੇ ਪਹਾੜ ਤੇ ਹਵੇਲੀ ਬਣਾ ਕੇ ਰਹਿੰਦਾ ਹੈ। ਉੱਤੋਂ ਇਹ ਵੀ ਕਹਿੰਦੇ ਸਨ ਵੀ ਥੋੜਾ ਜਿਹਾ ਅਯਾਸ਼ ਆਦਮੀ ਹੈ, 4 ਦਿਨ ਜੇਲ੍ਹ 'ਚ ਰਹੇਗਾ, ਸਿੱਧਾ ਹੋ ਜਾਏਗਾ, ਪੈਰੀ ਪਏਗਾ ਤੇ ਮਾਫੀ ਮੰਗ ਕੇ ਪਾਸੇ ਹੋ ਜਾਏਗਾ। ਹੁਣ ਸਾਨੂੰ ਨਹੀਂ ਪਤਾ ਵੀ ਖਾਨ ਸਾਹਿਬ ਨੂੰ ਜੇਲ੍ਹ ਵਿੱਚ ਕੋਈ ਛੋਟੀ ਮੋਟੀ ਅਯਾਸ਼ੀ ਦੀ ਸਹੂਲਤ ਹੈ ਕਿ ਨਹੀਂ, ਲੇਕਿਨ ਇਲੈਕਸ਼ਨ ਦੇ ਰਿਜ਼ਲਟ ਤੇ ਉਹਨਾਂ ਨੂੰ ਜੇਲ੍ਹ ਵਿੱਚ ਪਹੁੰਚ ਹੀ ਗਏ ਹੋਣਗੇ। ਤੇ ਸਿਆਸਤਦਾਨ ਭਾਵੇਂ ਜੇਲ੍ਹ ਵਿੱਚ ਹੋਵੇ ਜਾਂ ਬਾਹਰ, ਏਡਾ ਵੱਡਾ ਇਲੈਕਸ਼ਨ ਜਿੱਤਣ ਤੋਂ ਵੱਡੀ ਅਯਾਸ਼ੀ ਤੇ ਕੋਈ ਹੋ ਹੀ ਨਹੀਂ ਸਕਦੀ। ਤੇ ਹੁਣ ਬਾਕੀ ਸਿਆਸਤਦਾਨ ਹੁਕੂਮਤ ਬਣਾਉਣ ਲਈ ਨਸ ਭੱਜ ਜੋੜ ਤੋੜ ਕਰ ਰਹੇ ਨੇ ਤੇ ਜੇਲ੍ਹ ਵਿੱਚ ਬੈਠਾ ਇਮਰਾਨ ਖਾਨ ਹੱਸ ਰਿਹਾ ਤੇ ਨਾਲ ਡੰਡ ਬੈਠਕਾਂ ਲਾ ਕੇ ਅਗਲੇ ਮੈਚ ਦੀ ਤਿਆਰੀ ਕਰ ਰਿਹਾ। ਰੱਬ ਰਾਖਾ।